ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ ਰਹਾਉ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੀ ਗੋਲੇ। ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੀ ਗੋਲੇ। ਕਬੀਰ ਕੁਕਰ ਰਾਮ ਕੋ, ਮੁਤਿਆ ਮੇਰੋ ਨਾਉ। ਗਲੇ ਹਮਾਰੇ ਜੇਵਰੀ, ਜਹ ਕਿੰਚੈ ਤਹ ਜਾਉ। ਡੰਡਾਉਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ, ਆਓ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਕਲਯੁਗ ਦੇ ਸੱਚੇ ਗੁਰਦੇਵ, ਚਵਰ ਛਤਰ ਤਖਤਾਂ ਦੇ ਮਾਲਕ, ਸਰਬ ਧਰਮਾਂ ਦੇ ਸਾਂਝੇ ਰਹਿਬਰ, ਸਾਰੀ ਮਨੁੱਖਤਾ ਨੂੰ ਸਰਬ ਸਾਂਝਾ ਉਪਦੇਸ਼ ਦੇਣ ਵਾਲੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਿਤਾ ਦੀ ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਜੁੜ ਬੈਠ ਕਰਕੇ ਸਤ ਸੰਗਤ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦਾਸਰਿਆਂ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੋਤ ਸਿੰਘ ਜੀ ਫਰੀਦਕੋਟ ਵਾਲੇ, ਹਜ਼ੂਰੀ ਕੀਰਤਨੀ ਜੱਥਾ, ਆਪ ਜੀ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾ ਕੇ ਗਏ ਹਨ। ਆਓ ਕੁਝ ਕੁ ਸਮਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੀ ਕਥਾ ਦੇ ਨਾਲ ਜੁੜਨਾ ਕਰੀਏ।
ਉਸ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰਫਤਿਹ ਬੁਲਾ ਕੇ ਰਸਨਾ ਪਵਿੱਤਰ ਕਰੋ। ਜਿਸ ਨੂੰ ਜਪਿਆ ਰਸਨਾ ਪਵਿੱਤਰ ਹੋ ਜਾਂਦੀ ਹੈ, ਗੁਰੂ ਚਰਨਾਂ ਵਿੱਚ ਹਾਜ਼ਰੀ ਲੱਗ ਜਾਂਦੀ ਹੈ। ਆਓ ਦਾਸਰਿਆਂ ਨੂੰ ਅਸੀਸ ਬਖਸ਼ੋ, ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸ਼ਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਪਿਛਲੇ ਹੋਏ ਪੂਰਬਲੇ ਕਰਮਾਂ ਦਾ ਕੋਈ ਅੰਕਰ, ਚੰਗਾ ਕਰਮ ਕੋਈ ਜਾਗਦਾ ਹੈ, ਉਦੋਂ ਸਤ ਸੰਗਤ ਦੇ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਉਦੋਂ ਪੂਰੇ ਗੁਰਦੇਵ ਦੀ ਸ਼ਰਨ ਪ੍ਰਾਪਤ ਹੁੰਦੀ ਹੈ, ਉਦੋਂ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਮਾਰੂ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1057 ਅੰਗ ਤੇ ਸੁਭਾਇਮਾਨ ਮਾਰੂ ਰਾਗ ਦੇ ਪਾਵਨ ਸ਼ਬਦ ਦੀ ਆਰੰਭਤਾ ਆਪਾਂ ਸਾਰਿਆਂ ਨੇ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਨਿਚਲ ਏਕ ਸਦਾ ਸਚ ਸੋਈ, ਪੂਰੇ ਗੁਰ ਤੇ ਸੋਜੀ ਹੋਈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨਿਮਾਣਿਆਂ ਦੇ ਮਾਣ। ਸਤਿਗੁਰੂ ਮਹਾਰਾਜ ਜੀ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਹੋਏ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ ਕਰਦੇ ਹਨ ਕਿ ਜੇ ਸੰਸਾਰ ਦੇ ਵਿੱਚ ਕੋਈ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ, ਉਹ ਇੱਕ ਅਕਾਲ ਪੁਰਖ ਹੈ, ਪਰਮੇਸ਼ਰ ਹੈ, ਵਾਹਿਗੁਰੂ ਹੈ, ਜਿਹਨੂੰ ਮੁਸਲਮਾਨ ਪਿਆਰ ਦੇ ਨਾਲ ਅੱਲਾ ਕਹਿੰਦੇ ਹਨ। ਜਿਵੇਂ ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸੀ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅਲਾਹੇ, ਪਰ ਹਸਤੀ ਇੱਕੋ ਹੀ ਹੈ, ਨਾਮ ਵੱਖਰੇ ਵੱਖਰੇ ਨੇ। ਹਿੰਦੂ ਵੀਰ ਪਿਆਰ ਦੇ ਨਾਲ ਰਾਮ ਕਹਿੰਦੇ ਨੇ, ਈਸਾਈ ਵੀਰ ਗੋਡ ਕਹਿੰਦੇ ਨੇ, ਸਿੱਖ ਵੀਰ ਵਾਹਿਗੁਰੂ ਕਹਿੰਦੇ ਨੇ, ਮੁਸਲਮਾਨ ਵੀਰ ਅੱਲਾ ਕਹਿੰਦੇ ਹਨ, ਪਰ ਉਹ ਇੱਕ ਹੀ ਜੋਤ ਇੱਕੋ ਹੀ ਹੈ, ਉਹ ਦੋ ਨਹੀਂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਸੁਪਰੀਮ ਪਾਵਰ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਸਦਾ ਅਟਲ ਰਹਿਣ ਵਾਲੀ ਹਸਤੀ ਹੈ, ਉਸ ਦਾ ਕਦੇ ਨਾਸ ਨਹੀਂ ਹੁੰਦਾ ਹੈ। ਇੱਥੇ ਇੱਕੋ ਹੀ ਹਸਤੀ ਹੈ, ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ, ਜਿਹੜਾ ਕਦੇ ਨਾਸ ਨਹੀਂ ਹੁੰਦਾ। ਬਾਕੀ ਮਹਾਰਾਜ ਜੀ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੋ ਉਪਜਦਾ ਹੈ, ਪੈਦਾ ਹੁੰਦਾ ਹੈ, ਉਸ ਨੇ ਇੱਕ ਨਾ ਇੱਕ ਦਿਨ ਨਾਸ ਹੋ ਜਾਣਾ ਹੈ। ਮਹਾਰਾਜ ਜੀ ਕਹਿੰਦੇ ਜਨਮ ਬਾਅਦ ਵਿੱਚ ਹੁੰਦਾ ਹੈ, ਮਰਨਾ ਪਹਿਲਾਂ ਲਿਖਿਆ ਜਾਂਦਾ। ਮਰਨ ਲਿਖਾਏ ਮੰਡਲ ਮਹਿ ਆਏ। ਇੱਥੇ ਵੱਡੇ ਵੱਡੇ ਦਾਅਵੇ ਬੰਨਣ ਵਾਲੇ, ਆਪਣੇ ਆਪ ਨੂੰ ਪਰਮੇਸ਼ਰ ਦੀ ਹਸਤੀ ਕਹਿਣ ਵਾਲੇ, ਉਹ ਵੀ ਸੰਸਾਰ ਤੋਂ ਚਲੇ ਗਏ। ਜਿਨ੍ਹਾਂ ਦੇ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਰਾਵਣ ਵਰਗੇ ਜਿਨ੍ਹਾਂ ਦੀ ਸੋਨੇ ਦੀ ਲੰਕਾ ਸੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। 4 ਵੇਦਾਂ ਦਾ ਗਿਆਤਾ ਸੀ, ਪਰ ਮੰਦ ਕਰਮ ਹੋ ਗਿਆ। ਨਾਮ ਲੈ ਕੇ ਜੇ ਮੂਰਖ ਕਿਸੇ ਨੂੰ ਆਖਿਆ ਬਾਣੀ ਦੇ ਵਿੱਚੋਂ, ਕੇਵਲ ਰਾਵਣ ਨੂੰ ਆਖਿਆ। ਰਾਵਣ ਦੇ ਨਾਮ ਦੇ ਅੱਗੇ ਮੂਰਖ ਲਾ ਕੇ ਉਸ ਨੂੰ ਮੂਰਖ ਦਾ ਖਿਤਾਬ ਦਿੱਤਾ ਗਿਆ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਉੱਤੇ
ਜੋ ਵੀ ਪੈਦਾ ਹੋਇਆ ਉਹ ਇੱਕ ਨਾ ਇੱਕ ਦਿਨ ਨਾਸ ਹੋ ਜਾਂਦਾ ਹੈ। ਹਰਨਾਕਸ਼ ਜਿਹੜਾ ਕਹਿੰਦਾ ਜਪੋ, ਸਾਰਿਆਂ ਨੂੰ ਕਹਿੰਦੇ ਜਪੋ, ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹਾਂ ਹਰਨਾਕਸ਼ ਉਹਾਂ ਹਰਨਾਕਸ਼, ਕਹਿੰਦਾ ਮੈਂ ਹੀ ਪਰਮੇਸ਼ਰ ਹਾਂ। ਪਰ ਮਹਾਰਾਜ ਦੀ ਏਡੀ ਬੇਅੰਤਤਾ ਹੈ, ਮਹਾਰਾਜ ਜੀ ਕੱਲਰ ਕਵਲ ਭਗਤ ਪ੍ਰਹਿਲਾਦ ਕਰ ਹਰਨਾਕਸ਼ ਦੈਂਤ ਦੇ। ਹਰਨਾਕਸ਼ ਦੈਂਤ ਦੇ ਘਰੇ ਮਹਾਰਾਜ ਨੇ ਆਪਣਾ ਭਗਤ ਪੈਦਾ ਕਰ ਦਿੱਤਾ ਪ੍ਰਹਿਲਾਦ, ਤੇ ਉਸ ਦਾ ਇੱਕ ਦਿਨ ਅੰਤ ਹੋਇਆ। ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਰੱਖਣ ਵਾਸਤੇ ਨਰਸਿੰਘ ਦਾ ਅਵਤਾਰ ਧਾਰਨ ਕਰਕੇ ਆਇਆ, ਜਿਹਨੇ ਬੇਅੰਤ ਵਰ ਲਏ ਹੋਏ ਸੀ ਕਿ ਨਾ ਮੈਂ ਧੁੱਪੇ ਮਰਾਂ, ਨਾ ਛਾਵੇਂ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਧਰਤੀ ਤੇ ਮਰਾਂ, ਨਾ ਅਸਮਾਨ ਤੇ ਮਰਾਂ, ਨਾ ਸ਼ਸਤਰ ਨਾ ਮਰਾਂ, ਨਾ ਅਸਤਰ ਨਾ ਮਰਾਂ, ਨਾ ਇਨਸਾਨ ਤੋਂ ਮਰਾਂ, ਨਾ ਜਾਨਵਰ ਤੋਂ ਮਰਾਂ। ਇੰਨੇ ਵਰ ਲੈ ਕੇ ਕਹਿੰਦਾ ਹੁਣ ਤਾਂ ਮੈਂ ਮਰਨਾ ਹੀ ਨਹੀਂ, ਮੈਂ ਸਦਾ ਵਾਸਤੇ ਅਮਰ ਹੋ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਹੰਕਾਰ ਤੇ ਖੁਦਾ ਦਾ ਵੈਰ ਹੈ। ਜਿੱਥੇ ਹੰਕਾਰ ਹੈ ਉੱਥੇ ਮਹਾਰਾਜ ਜੀ ਕਹਿੰਦੇ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਵਾਹਿਗੁਰੂ ਦੇ ਦਰ ਤੇ ਹੰਕਾਰ ਨਹੀਂ ਪਾਉਂਦਾ ਹੈ। ਮਹਾਰਾਜ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਸਾਰੇ ਵਰ ਵੀ ਪੂਰੇ ਕੀਤੇ ਤੇ ਪਾਪੀ ਦਾ ਅੰਤ ਵੀ ਕੀਤਾ। ਮਹਾਰਾਜ ਜੀ ਕਹਿੰਦੇ ਜਿਹੜੇ ਕਹਿੰਦੇ ਸੀ ਅਸੀਂ ਧਰਤੀ ਦੇ ਮਲਾਹ ਹਾਂ, ਜੀਵਾਂ ਨੂੰ ਪਾਰ ਉਤਾਰਨ ਵਾਲੇ ਹਾਂ, ਇੱਕ ਦਿਨ ਮਹਾਰਾਜ ਜੀ ਕਹਿੰਦੇ ਉਹ ਵੀ ਇੱਥੋਂ ਚਲੇ ਗਏ। ਜਾਲੋਂ ਗੋਰਾਂ ਨਾਲ ਉਲਾਮੇ ਜੀ ਸਏ, ਉਹਨਾਂ ਦੀ ਜੀ ਆਤਮਾ ਨੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਉਲਾਂਭੇ ਸਹਿਣ ਕੀਤੇ। ਖੇਵਟ ਪੁੱਛੇ ਜੀਮਾ ਜਿਵੇਂ, ਖੇਵ ਪੁੱਛੇ ਆਸਮਾ ਜਿਵੇਂ ਕਿਨ ਗਏ, ਜਾਲੋਂ ਗੋਰਾਂ ਨਾਲ ਉਲਾਮੇ ਜੀ ਸਹੇ। ਧਰਤੀ ਪੁੱਛਦੀ ਆ ਆਕਾਸ਼ ਨੂੰ ਕਿ ਉਹ ਕਿੱਥੇ ਚਲੇ ਗਏ ਜਿਹੜੇ ਕਹਿੰਦੇ ਸੀ ਅਸੀਂ ਮਲਾਹ ਹਾਂ ਸੰਸਾਰ ਦੇ। ਭਾਵ ਇੱਥੇ ਸੰਸਾਰ ਤੇ ਮਹਾਰਾਜ ਜੀ ਕਹਿੰਦੇ ਕੋਈ ਥਿਰ ਨਹੀਂ ਹੈ, ਸਾਰੇ ਨਾਸਵੰਤ ਨੇ, ਸਾਰੇ ਖਤਮ ਹੋਣ ਵਾਲੇ ਨੇ। ਜੇ ਸਦਾ ਕਾਇਮ ਰਹਿਣ ਵਾਲੀ ਇੱਕ ਹਸਤੀ ਹੈ, ਉਹ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ, ਉਸ ਦਾ ਕਦੇ ਨਾਸ ਨਹੀਂ ਹੁੰਦਾ। ਇਸੇ ਕਰਕੇ ਗੁਰੂ ਨਾਨਕ ਬਾਬਾ ਜੀ ਨੇ ਲਿਖਿਆ ਕਿ ਉਹ ਪਰਮੇਸ਼ਰ ਵਾਹਿਗੁਰੂ ਸੱਚ ਆ, ਜਿਹੜਾ ਉਹ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਅੱਗੇ ਵਾਸਤੇ ਵੀ ਉਹ ਰਹੇਗਾ, ਉਹ ਕਦੇ ਨਾਸ ਨਹੀਂ ਹੁੰਦਾ ਹੈ। ਪੂਰੇ ਗੁਰ ਤੇ ਸੋਝੀ ਹੋਏ। ਮਹਾਰਾਜ ਜੀ ਕਹਿੰਦੇ ਇਹ ਜਿਹੜੀ ਸੋਝੀ ਆ ਨਾ, ਇਹ ਸੰਗਤ ਵਿੱਚ ਆ ਕੇ ਮਿਲਦੀ ਹੈ, ਪੂਰੇ ਗੁਰਦੇਵ ਤੋਂ ਮਿਲਦੀ ਹੈ ਕਿ ਸਦਾ ਸਥਿਰ ਰਹਿਣ ਵਾਲੀ ਤਾਂ ਇੱਕ ਪਰਮੇਸ਼ਰ ਦੀ ਹਸਤੀ ਹੈ, ਬਾਕੀ ਸਭ ਵਸਤੂਆਂ ਨਾਸ ਹੋ ਜਾਣ ਵਾਲੀਆਂ ਨੇ। ਇਹ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਇਹ ਸੋਝੀ ਮਿਲਦੀ ਹੈ। ਹਰਿ ਰਸ ਪੀਨੇ ਸਦਾ ਧਿਆਇਨ, ਗੁਰਮਤ ਸੀਲ ਸਨਾਹੇ। ਜਦੋਂ ਇਹ ਸੋਝੀ ਆ ਜਾਂਦੀ ਹੈ ਕਿ ਇੱਥੇ ਸੰਸਾਰ ਤੇ ਵਾਹਿਗੁਰੂ ਪਰਮੇਸ਼ਰ ਹੀ ਸਦਾ ਕਾਇਮ ਰਹਿਣ ਵਾਲੀ ਵਸਤੂ ਹੈ, ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਇਹ ਸੋਝੀ ਆ ਗਈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਫਿਰ ਸਦਾ ਵਾਹਿਗੁਰੂ ਦੇ ਨਾਮ ਰਸ ਵਿੱਚ ਭਿੰਨੇ ਰਹਿੰਦੇ ਨੇ, ਉਹ ਸਦਾ ਹੀ ਲੀਨ ਰਹਿੰਦੇ ਨੇ, ਉਹ ਸਦਾ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ, ਤੇ ਨਾਮ ਦੇ ਵਿੱਚੋਂ, ਗੁਰਮਤ ਦੇ ਵਿੱਚੋਂ ਉਹ ਪਾਵਨ ਪਵਿੱਤਰ ਆਪਣਾ ਆਚਰਣ ਪੈਦਾ ਕਰਦੇ ਨੇ, ਜੋ ਹਮੇਸ਼ਾ ਹੀ ਵਿਕਾਰਾਂ ਤੋਂ ਬਚਦੇ ਰਹਿੰਦੇ ਨੇ, ਤੇ ਪਵਿੱਤਰ ਆਪਣਾ ਜਿਹੜਾ ਜੀਵਨ ਹੈ, ਆਚਰਣ ਹੈ, ਉਹ ਗੁਰਮਤ ਦੀ ਸੋਝੀ ਲੈ ਕੇ ਗੁਰੂ ਦਰ ਦੇ ਵਿੱਚ ਆ ਕੇ, ਸੰਗਤ ਵਿੱਚ ਆ ਕੇ ਆਪਣਾ ਆਚਰਣ ਉੱਚਾ ਤੇ ਸੁੱਚਾ ਬਣਾ ਲੈਂਦੇ ਹਨ। ਅੰਦਰ ਰੰਗ ਸਦਾ ਸਚਿਆਰਾ, ਗੁਰ ਕੈ ਸ਼ਬਦ ਹਰ ਨਾਮ ਪਿਆਰਾ। ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਦੇ ਨਾਮ ਦੀ ਗੂੰਜ ਪੈਣ ਲੱਗ ਜਾਂਦੀ ਹੈ, ਮਹਾਰਾਜ ਜੀ ਕਹਿੰਦੇ ਉਹ ਸਚਿਆਰ ਬਣ ਜਾਂਦੇ ਨੇ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਕੇ ਵਸ ਜਾਂਦਾ ਹੈ, ਉਹ ਸਚਿਆਰ ਹੋ ਜਾਂਦੇ ਨੇ। ਉਹਨਾਂ ਨੂੰ ਹਮੇਸ਼ਾ ਹੀ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਦੇ ਨਾਮ ਦਾ ਪਿਆਰ ਪੈ ਜਾਂਦਾ ਹੈ। ਉਹਨਾਂ ਦੇ ਹਿਰਦੇ ਵਿੱਚ ਸੰਸਾਰੀ ਵਸਤੂਆਂ ਦਾ ਪਿਆਰ ਛੁੱਟ ਜਾਂਦਾ ਹੈ, ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਉਹਨਾਂ ਦਾ ਪਿਆਰ ਪੈ ਜਾਂਦਾ ਹੈ। ਨੌ ਨਿਧ ਨਾਮ ਵਸਿਆ ਘਟ ਅੰਤਰ,
ਛੋੜਿਆ ਮਾਇਆ ਕਾ ਲਾਹਾ ਹੈ। ਜਿਹੜਾ ਸਾਰੀ ਸ੍ਰਿਸ਼ਟੀ ਦੇ ਸੁੱਖ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਦੋਂ ਘੱਟ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਦੁਨਿਆਵੀ ਮਾਇਆ ਝੂਠੀ ਹੈ, ਇਹ ਦੁਨਿਆਵੀ ਸ਼ੋਹਰਤ ਝੂਠੀ ਹੈ, ਦੁਨਿਆਵੀ ਮਾਣ ਵਡਿਆਈਆਂ ਝੂਠੀਆਂ ਨੇ। ਉਹ ਇਹਨਾਂ ਸਭ ਦਾ ਤਿਆਗ ਕਰ ਦਿੰਦੇ ਨੇ। ਬਾਦਸ਼ਾਹ ਸਿਕੰਦਰ ਜਾ ਰਿਹਾ ਹੈ ਤੁਰਿਆ, ਰਾਸਤੇ ਦੇ ਵਿੱਚ ਇੱਕ ਫਕੀਰ ਬੈਠੇ ਨੇ। ਬਾਦਸ਼ਾਹ ਸਿਕੰਦਰ ਨੇ ਫਕੀਰ ਨੂੰ ਕਿਹਾ ਕਿ ਫਕੀਰ ਜੀ ਤੁਹਾਨੂੰ ਕੀ ਚਾਹੀਦਾ ਹੈ? ਫਕੀਰ ਕਹਿੰਦੇ ਸਾਨੂੰ ਕੀ ਚਾਹੀਦਾ, ਸਾਨੂੰ ਕੁਝ ਵੀ ਨਹੀਂ ਚਾਹੀਦਾ। ਕਹਿੰਦੇ ਨਹੀਂ ਨਹੀਂ ਦੱਸੋ, ਮੈਂ ਬਾਦਸ਼ਾਹ ਹਾਂ, ਤੁਹਾਨੂੰ ਜੋ ਚਾਹੀਦਾ ਮੈਂ ਦੇ ਸਕਦਾ ਹਾਂ, ਤੁਹਾਡੀ ਹਰ ਮੰਗ ਮੈਂ ਪੂਰੀ ਕਰ ਸਕਦਾ ਹਾਂ। ਫਕੀਰ ਜੀ ਕਹਿਣ ਲੱਗੇ ਪਹਿਲਾਂ ਤਾਂ ਜਿਹੜੀ ਆ ਪਰਮੇਸ਼ਰ ਦੀ ਦਿੱਤੀ ਹੋਈ ਧੁੱਪ ਆ ਰਹੀ ਹੈ ਨਾ, ਪਹਿਲਾਂ ਤਾਂ ਤੂੰ ਧੁੱਪ ਛੱਡ ਦੇ, ਇਹ ਕਿਉਂ ਰੋਕ ਕੇ ਰੱਖੀ ਹੋਈ ਹੈ? ਤੇ ਦੂਸਰੀ ਗੱਲ ਕਹਿੰਦੇ ਤੂੰ ਬਾਦਸ਼ਾਹ ਬਣਿਆ ਹੈ ਤੇ ਕੀ ਕਰਨ ਜਾ ਰਿਹਾ ਹੈ? ਕਹਿੰਦਾ ਮੈਂ ਦੂਸਰੇ ਰਾਜ ਤੇ ਚੜ੍ਹਾਈ ਕਰਨ ਜਾ ਰਿਹਾ ਹਾਂ ਤੇ ਮੈਨੂੰ ਆਸ਼ੀਰਵਾਦ ਬਖਸ਼ੋ, ਮੈਂ ਉਸ ਰਾਜ ਤੇ ਵਿਜੇ ਪ੍ਰਾਪਤ ਕਰਾਂ। ਮਹਾਂਪੁਰਖ ਕਹਿੰਦੇ ਜੇ ਤੂੰ ਉਸ ਦੇਸ਼ ਨੂੰ ਜਿੱਤ ਲਿਆ ਫਿਰ ਤੂੰ ਕੀ ਕਰੇਂਗਾ? ਕਹਿੰਦੇ ਜੀ ਮੇਰੇ ਰਾਜ ਵਿੱਚ ਵਾਧਾ ਹੋਵੇਗਾ, ਫਿਰ ਮੈਂ ਹੋਰ ਦੇਸ਼ ਤੇ ਚੜ੍ਹਾਈ ਕਰਾਂਗਾ। ਕਹਿੰਦੇ ਫਿਰ ਕੀ ਕਰਾਂਗਾ? ਕਹਿੰਦੇ ਮੈਂ ਉਸ ਨੂੰ ਜਿੱਤ ਕੇ ਮੇਰਾ ਰਾਜ ਹੋਰ ਵੱਡਾ ਹੋ ਜਾਵੇਗਾ। ਕਹਿੰਦੇ ਫਿਰ ਕੀ ਕਰਾਂਗਾ? ਕਹਿੰਦੇ ਇਸੇ ਤਰ੍ਹਾਂ ਮੈਂ ਬਾਰ-ਬਾਰ ਸਾਰੇ ਦੇਸ਼ਾਂ ਤੇ ਚੜ੍ਹਾਈਆਂ ਕਰਕੇ ਮੈਂ ਸਾਰੇ ਵਰਲਡ ਦਾ ਰਾਜਾ ਕਹਾਵਾਂਗਾ। ਕਹਿੰਦੇ ਫਿਰ ਕੀ ਹੋਵੇਗਾ? ਕਹਿੰਦਾ ਜੀ ਮੈਂ ਫਿਰ ਚੈਨ ਦੇ ਨਾਲ ਰਾਜ ਕਰਾਂਗਾ, ਚੈਨ ਦੇ ਨਾਲ ਆਰਾਮ ਕਰਾਂਗਾ। ਮਹਾਂਪੁਰਖ ਕਹਿੰਦੇ ਜਿਹੜਾ ਤੂੰ ਇੰਨਾ ਖੂਨ ਖਰਾਬਾ ਕਰਕੇ ਦੁਨੀਆ ਨੂੰ ਮਾਰ ਕੇ ਲੁੱਟਾਂ ਖੋਹਾਂ ਕਰਕੇ ਬਾਅਦ ਵਿੱਚ ਆਰਾਮ ਕਰਨਾ ਅਸੀਂ ਹੁਣੇ ਹੀ ਕਰ ਰਹੇ ਹਾਂ। ਅਸੀਂ ਵਾਹਿਗੁਰੂ ਪਰਮੇਸ਼ਰ ਦੀ ਨਾਮ ਦੀ ਰੰਗਣ ਵਿੱਚ ਮਸਤ ਹਾਂ, ਅਸੀਂ ਸੰਤੋਖ ਦੇ ਵਿੱਚ ਹਾਂ। ਜਿਹੜਾ ਤੂੰ ਰਾਜ ਇੰਨੇ ਲੋਕਾਂ ਨੂੰ ਮਾਰ ਕੇ ਕਹਿੰਦਾ ਮੈਂ ਆਰਾਮ ਕਰਾਂਗਾ, ਰੱਬ ਦੇ ਪਿਆਰੇ ਫਕੀਰ ਕਹਿੰਦੇ ਉਹ ਅਸੀਂ ਤਾਂ ਹੁਣੇ ਹੀ ਕਰ ਰਹੇ ਹਾਂ ਉਹ ਆਰਾਮ, ਸਾਨੂੰ ਹੁਣੇ ਹੀ ਚੈਨ ਹੈ। ਭਾਵ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਆ ਜਾਂਦਾ ਹੈ, ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਘੱਟ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਹ ਦੁਨੀਆ ਦੇ ਮਾਇਆ ਦੇ ਧਨ ਦੌਲਤ ਦੇ ਸ਼ੋਹਰਤਾਂ ਦੇ ਲਾਹੇ ਛੱਡ ਦਿੰਦੇ ਨੇ, ਇੱਕ ਸੱਚੇ ਨਾਮ ਦੀ ਕਮਾਈ ਦਿਨ ਰਾਤ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜਿਹੜਾ ਮਾਇਆ ਦਾ ਲਾਹਾ ਹੁੰਦਾ ਹੈ, ਮਾਇਆ ਦੀ ਪਕੜ ਹੁੰਦੀ ਹੈ, ਉਹ ਹਿਰਦੇ ਦੇ ਵਿੱਚੋਂ ਘਟ ਜਾਂਦੀ ਹੈ। ਤੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਉਹ ਕਹਿੰਦੇ ਨੇ ਹੇ ਵਾਹਿਗੁਰੂ ਪਰਮੇਸ਼ਰ, ਅਸੀਂ ਸੱਚੀ ਪ੍ਰੀਤ ਤੇਰੇ ਨਾਮ ਦੇ ਨਾਲ ਜੋੜੀ ਹੈ, ਤੇ ਨਾਮ ਦੇ ਨਾਲ ਜੋੜ ਕੇ ਦੁਨੀਆ ਦੇ ਨਾਲ ਤੋੜ ਲਈ ਹੈ। ਇਹ ਨਾ ਹੋਵੇ ਕਿ ਦੁਨੀਆ ਦੀਆਂ ਵੀ ਮੰਨਦਾ ਰਹੇ ਤੇ ਰੱਬ ਦੀ ਵੀ ਮੰਨਦਾ ਰਹੇ, ਜਿਵੇਂ ਅੱਜ ਕੱਲ੍ਹ ਦੁਨੀਆ ਦੇ ਲੋਕ ਕਰਦੇ ਨੇ। ਆਪਣੇ ਆਪ ਨੂੰ ਗੁਰਮੁਖ ਵੀ ਕਹਾਉਂਦੇ ਨੇ, ਤੇ ਜਦੋਂ ਕਿਤੇ ਵਿਆਹ ਸ਼ਾਦੀਆਂ ਦਾ ਸਮਾਂ ਆਉਂਦਾ ਹੈ, ਬੱਚਿਆਂ ਦੇ ਵਿਆਹ ਸ਼ਾਦੀਆਂ ਤੇ ਫਿਰ ਉੱਥੇ ਸ਼ਰਾਬਾਂ ਵੀ ਚਲਾਉਂਦੇ ਨੇ, ਮੀਟ ਆਦਿਕ ਵੀ ਚਲਾਉਂਦੇ ਨੇ। ਫਿਰ ਕੀ ਕਹਿੰਦੇ ਨੇ ਜੀ, ਰਿਸ਼ਤੇਦਾਰ ਖੁਸ਼ ਕਰਨੇ ਪੈਂਦੇ। ਉਹ ਦੋਨਾਂ ਨੂੰ, ਦੁਨੀਆ ਨੂੰ ਵੀ ਖੁਸ਼ ਕਰਨਾ ਚਾਹੁੰਦੇ ਨੇ, ਰੱਬ ਨੂੰ ਵੀ ਖੁਸ਼ ਕਰਨਾ ਚਾਹੁੰਦੇ ਨੇ। ਨਹੀਂ ਭਾਈ, ਸਮਾਂ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜੇ ਸਮੇਂ ਦੀ ਕਦਰ ਪਛਾਣਦੇ ਨਹੀਂ। ਦੋ ਵੇੜੀਆਂ ਵਾਲੇ ਡੋਬੇ ਮਰਦੇ ਜਿਹੜੇ ਇੱਕ ਤੇ ਤਰਨਾ ਜਾਣਦੇ ਨੇ। ਦੋ ਵੇੜੀਆਂ, ਬੇੜੀ ਇੱਕੋ ਹੀ ਚਾਹੀਦੀ ਹੈ ਸਤਿਗੁਰ ਦੀ। ਜੇ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਨਿਕਲਣਾ ਹੈ, ਬੇੜੀ ਇੱਕੋ ਹੀ ਚਾਹੀਦੀ ਹੈ ਵਾਹਿਗੁਰੂ ਦੇ ਨਾਮ ਦੀ। ਦੋ ਵੇੜੀਆਂ ਵਾਲੇ ਦੋ ਵੇੜੀਆਂ ਤੇ ਪੈਰ ਰੱਖ ਕੇ ਕਦੇ ਪਾਰ ਨਹੀਂ ਲੰਘਿਆ ਜਾ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਘੱਟ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਉਹ ਮਾਇਆ ਦੇ ਦੁਨੀਆ ਦੇ ਸ਼ੋਹਰਤਾਂ ਦੇ ਲਾਹੇ ਛੱਡ ਦਿੰਦੇ ਹਨ। ਰਈਅਤ ਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਥੇ ਸੰਸਾਰ ਦੇ ਵਿੱਚ ਅਸੀਂ ਦੇਖਿਆ, ਭਾਵੇਂ ਰਾਜਾ ਹੈ ਭਾਵੇਂ ਪਰਜਾ ਹੈ, ਖੋਟੀ ਮੱਤ ਦੇ ਵਿੱਚ ਸਾਰੇ ਖਚਤ ਨੇ। ਗੁਰਮਤ ਨੂੰ ਕੋਈ ਕੋਈ ਵਿਰਲਾ ਧਾਰਨ ਕਰਦਾ ਹੈ। ਰਾਜੇ ਵੀ ਉਹੋ ਜਿਹੇ ਹੋਏ ਨੇ, ਪਰਜਾ ਵੀ ਉਹੀ ਜਿਹੀ ਹੋਈ ਹੈ,
ਰਾਜੇ ਪਾਪ ਕਮਾਉਂਦੇ ਕਰਦੇ ਹਾਏ ਹਾਏ। ਰਾਜੇ ਪਾਪ ਕਮਾਉਂਦੇ ਨੇ ਤੇ ਪ੍ਰਜਾ ਅੰਧੀ ਗਿਆਨ ਵਿਹੂਣੀ, ਪ੍ਰਜਾ ਵੀ ਅੰਧੀ ਹੋਈ ਹੋਈ ਹੈ ਗਿਆਨ ਤੋਂ ਵਿਹੂਣੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਅਸੀਂ ਨੇੜੇ ਹੋ ਕੇ ਤੱਕਿਆ, ਰਾਜੇ ਅਤੇ ਪ੍ਰਜਾ ਦੋਵੇਂ ਹੀ ਗੁਰਮਤਿ ਤੋਂ ਕੋਹਾਂ ਦੂਰ ਨੇ। ਖੋਟੀ ਮੱਤ ਉਹਨਾਂ ਨੇ ਧਾਰਨ ਕੀਤੀ ਹੈ। ਬਿਨ ਸਤਿਗੁਰ ਸੇਵੇ ਏਕ ਨਾ ਹੋਈ। ਮਹਾਰਾਜ ਜੀ ਕਹਿੰਦੇ ਇਹ ਵੀ ਸੱਚ ਹੈ ਕਿ ਜਿੰਨਾ ਚਿਰ ਸਤਿਗੁਰੂ ਦੇ ਚਰਨੀ ਨਹੀਂ ਲੱਗਦੇ ਉਹਨਾਂ ਚਿਰ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹਨਾਂ ਚਿਰ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਨੇੜਤਾ ਨਹੀਂ ਹੋ ਸਕਦੀ ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ। ਏਕ ਧਿਆਇਨ ਸਦਾ ਸੁਖ ਪਾਇਨ, ਨੇਚਲ ਰਾਜ ਤੇ ਨਾ ਹਾਹੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦੇ ਨੇ ਉਹਨਾਂ ਨੂੰ ਸਦਾ ਸੁਖ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦੀ ਖਾਣ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਨਾਨਕ ਸੁਖਮਨੀ ਸਾਹਿਬ ਸੁੱਖਾਂ ਦੀ ਬਾਣੀ ਮਹਾਰਾਜ ਜੀ ਕਹਿੰਦੇ ਨੇ ਪਹਿਲੀ ਅਸ਼ਟਪਦੀ ਵਿੱਚ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰੋ। ਜਿਵੇਂ ਜਿਵੇਂ ਤੁਸੀਂ ਸਿਮਰਨ ਕਰਦੇ ਜਾਓਗੇ ਉਹਨਾਂ ਤੁਹਾਨੂੰ ਸੁੱਖ ਪ੍ਰਾਪਤ ਹੁੰਦਾ ਜਾਵੇਗਾ। ਸਿਮਰਦੇ ਜਾਓ, ਸਿਮਰਦੇ ਜਾਓ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰ ਸਿਮਰ ਕੇ ਸੁੱਖਾਂ ਦੀ ਪ੍ਰਾਪਤੀ ਕਰੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚੋਂ। ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਸਰੀਰ ਦੇ ਵਿੱਚੋਂ ਵੀ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਦੁੱਖ ਭੰਜਨ ਹੈ, ਇਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਦੁੱਖਾਂ ਨੂੰ ਭੰਜਨ ਵਾਲਾ ਹੈ, ਦੁੱਖਾਂ ਨੂੰ ਖਤਮ ਕਰਨ ਵਾਲਾ, ਨਾਸ਼ ਕਰਨ ਵਾਲਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਂਦੇ ਨੇ ਉਹ ਸਦਾ ਸੁਖ ਪਾਉਂਦੇ ਨੇ ਤੇ ਨਿਸ਼ਚਲ ਰਾਜ ਭਾਵ ਆਤਮਿਕ ਤੌਰ ਤੇ ਉਹ ਸਦਾ ਵਾਸਤੇ ਜਿਉਂਦੇ ਹੋ ਜਾਂਦੇ ਨੇ। ਆਤਮਿਕ ਤੌਰ ਤੇ ਉਹ ਜੀਵਤ ਹੋ ਜਾਂਦੇ ਨੇ। ਬਾਕੀ ਜਿਹੜਾ ਸੰਸਾਰ ਹੈ ਨਾ ਦੁਨੀਆ ਕਰਕੇ ਭਾਵੇਂ ਜਿਉਂਦਾ ਹੈ ਪਰ ਆਤਮਿਕ ਤੌਰ ਤੇ ਕੋਈ ਵਿਰਲਾ ਵਿਰਲਾ ਜਿਉਂਦਾ ਹੈ। ਜਿੰਨਾ ਚਿਰ ਅਸੀਂ ਗੁਰਮਤਿ ਨਹੀਂ ਧਾਰਨ ਕਰਦੇ, ਗੁਰੂ ਦੇ ਚਰਨੀ ਨਹੀਂ ਲੱਗਦੇ, ਨਾਮ ਨਹੀਂ ਜਪਦੇ, ਗੁਰੂ ਵਾਲੇ ਨਹੀਂ ਬਣਦੇ, ਉਹਨਾਂ ਚਿਰ ਸਾਨੂੰ ਆਤਮਿਕ ਜੀਵਨ ਨਹੀਂ ਮਿਲਦਾ ਹੈ। ਆਤਮਿਕ ਜੀਵਨ ਮਿਲਦਾ ਹੀ ਗੁਰੂ ਦੇ ਚਰਨਾਂ ਵਿੱਚ ਆ ਕੇ ਹੈ। ਮਹਾਰਾਜ ਜੀ ਕਹਿੰਦੇ ਗੁਰਮੁਖ ਪਿਆਰਿਓ ਏਕ ਵਾਹਿਗੁਰੂ ਨੂੰ ਧਿਆਓ, ਧਿਆ ਕੇ ਸਦਾ ਸੁਖ ਪਾਓ ਤੇ ਨਿਚਲ ਰਾਜ, ਜਿਹੜੇ ਰਾਜ ਦੀ ਕਦੇ ਵੀ ਸਮਾਪਤੀ ਨਹੀਂ ਹੋਵੇਗੀ, ਜਿਹੜਾ ਰਾਜ ਕਦੇ ਖਤਮ ਨਹੀਂ ਹੋਵੇਗਾ। ਜਿਵੇਂ ਧਰੂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਅਟਲ ਭਇਓ ਧਰੂ ਜਾ ਕੇ ਸਿਮਰਨ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਸਤਿਯੁਗ ਦੇ ਵਿੱਚ ਹੋਇਆ ਧਰੂ ਪ੍ਰਹਿਲਾਦ, ਧਰੂ ਭਗਤ, ਅੱਜ ਤੱਕ ਉਸ ਨੂੰ ਯਾਦ ਕੀਤਾ ਜਾਂਦਾ ਹੈ। ਉਸ ਸਮੇਂ ਦੇ ਕੋਈ ਰਾਜਿਆਂ ਨੂੰ ਨਹੀਂ ਜਾਣਦਾ ਪਰ ਧਰੂ ਨੂੰ ਜਾਣਦਾ। ਕਿਉਂ? ਉਸ ਨੇ ਰੱਬ ਦੀ ਭਗਤੀ ਕੀਤੀ ਤੇ ਨਿਹਚਲ ਰਾਜ ਉਸਨੇ ਪ੍ਰਾਪਤ ਕਰ ਲਿਆ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਸਦਾ ਸੁਖ ਅਤੇ ਨਿਹਚਲ ਰਾਜ ਦੀ ਪ੍ਰਾਪਤੀ ਹੁੰਦੀ ਹੈ। ਆਵਣ ਜਾਣਾ ਰੱਖੈ ਨਾ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਸਾਡਾ ਆਉਣਾ ਜਾਣਾ ਭਾਵ ਜੰਮਣਾ ਤੇ ਮਰਨਾ ਹੈ,
ਇਹ ਕਿਸੇ ਇਨਸਾਨ ਦੇ ਹੱਥ ਨਹੀਂ ਹੈ। ਮਾਤਾ ਕੁਝ ਸਮਝੇ ਕਿ ਜੰਮਣਾ ਤੇ ਮਰਨਾ ਇਨਸਾਨ ਦੇ ਹੱਥ ਵਿੱਚ ਹੈ। ਨਹੀਂ, ਮਹਾਰਾਜ ਜੀ ਕਹਿੰਦੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਵਾਹਿਗੁਰੂ ਦਾ ਹੁਕਮ ਹੈ। ਵਾਹਿਗੁਰੂ ਦੇ ਭਾਣੇ ਵਿੱਚ ਇਨਸਾਨ ਜੰਮਦਾ ਹੈ, ਵਾਹਿਗੁਰੂ ਦੇ ਭਾਣੇ ਵਿੱਚ ਹੀ ਮਰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਵਣ ਜਾਣਾ ਰੱਖੇ ਨਾ ਕੋਈ, ਤੇਰਾ ਆਉਣਾ ਜਾਣਾ ਕੋਈ ਨਹੀਂ ਰੱਖ ਸਕਦਾ। ਜੰਮਣ ਮਰਨਾ ਤਿਸੈ ਤੇ ਹੋਈ। ਜੰਮਣਾ ਮਰਨਾ ਵਾਹਿਗੁਰੂ ਪਰਮੇਸ਼ਰ ਤੇ ਹੈ। ਜਦੋਂ ਵਾਹਿਗੁਰੂ ਚਾਹੁੰਦਾ ਹੈ ਉਹ ਸਾਨੂੰ ਸੰਸਾਰ ਵਿੱਚ ਭੇਜਦਾ ਹੈ। ਜਦੋਂ ਵਾਹਿਗੁਰੂ ਚਾਹੁੰਦਾ ਹੈ ਉਹ ਸਾਨੂੰ ਸੰਸਾਰ ਤੋਂ ਲੈ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਮਹਾਰਾਜ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਜਿਹੜਾ ਇਨਸਾਨ ਹੈ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਜਦੋਂ ਵਾਹਿਗੁਰੂ ਭੇਜਦਾ ਅਸੀਂ ਆ ਜਾਂਦੇ ਹਾਂ, ਜਦੋਂ ਵਾਹਿਗੁਰੂ ਚਾਹੁੰਦਾ ਹੈ ਤਾਂ ਸਾਨੂੰ ਲੈ ਜਾਂਦਾ ਹੈ। ਉਹ ਵਾਹਿਗੁਰੂ ਜਦੋਂ ਲਿਜਾਣਾ ਚਾਹੁੰਦਾ ਹੈ, ਮਹਾਰਾਜ ਜੀ ਕਹਿੰਦੇ ਉਹ ਫਿਰ ਕਿਸੇ ਨੂੰ ਭੇਦ ਨਹੀਂ ਦਿੰਦਾ ਹੈ, ਕਿਸੇ ਨੂੰ ਪੁੱਛਦਾ ਨਹੀਂ ਹੈ, ਉਹ ਕਿਸੇ ਪਰਿਵਾਰ ਦੀ ਸਲਾਹ ਨਹੀਂ ਲੈਂਦਾ ਹੈ। ਬਿਨ ਪੁੱਛਿਆ ਹੀ ਲੈ ਜਾਏ, ਬਿਨਾਂ ਪੁੱਛੇ ਤੋਂ ਹੀ ਉਹ ਲੈ ਜਾਂਦਾ ਹੈ। ਤੇ ਲਿਜਾਂਦਾ ਵੀ ਕਿਵੇਂ ਹੈ? ਭਾਵੇਂ ਲੱਖਾਂ ਯਤਨ ਕਰ ਲਓ, ਕਿੱਡੇ ਵੱਡੇ ਮਰਜ਼ੀ ਹਸਪੀਟਲ ਦੇ ਵਿੱਚ, ਵੱਡੇ ਵੱਡੇ ਡਾਕਟਰਾਂ ਦੇ ਕੋਲ, ਸੀਸ ਮਹਿਲ ਦੇ ਵਿੱਚ ਕੋਈ ਬੈਠ ਜਾਵੇ, ਮਹਾਰਾਜ ਕਹਿੰਦੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਚ ਸੇ ਦਰਗਹਿ ਆਵੇ ਕੰਮ। ਜਦੋਂ ਵਾਹਿਗੁਰੂ ਦਾ ਹੁਕਮ ਆ ਗਿਆ, ਸਦਾ ਆ ਗਿਆ ਹੈ, ਮਹਾਰਾਜ ਜੀ ਕਹਿੰਦੇ ਉਦੋਂ ਫਿਰ ਕੋਈ ਰੋਕ ਨਹੀਂ ਸਕਦਾ। ਜੰਮਣ ਮਰਨਾ ਵਾਹਿਗੁਰੂ ਤੇ ਹੈ, ਇਹ ਇਨਸਾਨ ਦੇ ਹੱਥ ਨਹੀਂ ਹੈ। ਗੁਰਮੁਖ ਸਾਚਾ ਸਦਾ ਤੇ ਆਵੋ, ਗਤ ਮੁਕਤ ਤਿਸੇ ਤੇ ਪਾਹੇ। ਮਹਾਰਾਜ ਜੀ ਕਹਿੰਦੇ ਹੇ ਗੁਰਮੁਖ ਜਨੋ, ਸੱਚੇ ਵਾਹਿਗੁਰੂ ਨੂੰ ਸਦਾ ਧਿਆਉਣਾ ਕਰੋ, ਉਸ ਦਾ ਨਾਮ ਸਦਾ ਧਿਆਉਣਾ ਕਰੋ, ਕਿਉਂਕਿ ਜਿਹੜੀ ਮੁਕਤੀ ਹੈ, ਜੰਮਣ ਮਰਨਾ ਖਤਮ ਹੋਣਾ ਹੈ, ਉਹ ਸਤਿਗੁਰੂ ਦੇ ਨਾਮ ਦੇ ਵਿੱਚੋਂ ਹੀ ਹੋਣਾ ਹੈ। ਜਿੰਨੀ ਕੋਈ ਉਸ ਨਾਮ ਦੀ ਕਮਾਈ ਕਰਦਾ ਹੈ, ਉਨੀਆਂ ਉਸ ਤੇ ਬਰਕਤਾਂ ਰਹਿਮਤਾਂ ਹੁੰਦੀਆਂ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਮੁਕਤੀ ਦਾ ਦੁਆਰਾ ਹੈ, ਭਾਵ ਜੰਮਣ ਮਰਨ ਤੋਂ ਬਰੀ ਹੋਣਾ ਹੈ, ਉਹ ਸਤਿਗੁਰੂ ਦੇ ਨਾਮ ਦੇ ਵਿੱਚੋਂ ਹੋਣਾ ਹੈ। ਹੋਰ ਕਿਤੇ ਕੋਈ ਪਾਵਰ ਨਹੀਂ ਹੈ ਕਿ ਸਾਨੂੰ ਮੁਕਤੀ ਬਖਸ਼ ਦੇਵੇ। ਬੜੇ ਲੋਕ ਨੇ ਇਹੋ ਜਿਹੇ ਜਿਹੜੇ ਨਕਲੀ ਪਖੰਡੀ ਦੰਭੀ ਗੁਰੂ ਬਣ ਕੇ ਬੈਠ ਜਾਂਦੇ ਨੇ, ਪਰ ਮਹਾਰਾਜ ਜੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੇਲੇ ਵੀ 22 ਮੰਜੀਆਂ ਲਾ ਕੇ ਬੈਠ ਗਏ ਸੀ, 22 ਪਖੰਡੀ ਗੁਰੂ ਬਣ ਕੇ ਬੈਠ ਗਏ ਸੀ, ਪਰ ਕਿਸੇ ਦਾ ਕਾਰਜ ਨਹੀਂ ਸੀ ਸਵਾਰ ਸਕਦੇ। ਉਹ ਮਹਾਰਾਜ ਨੇ ਪਹਿਲਾਂ ਹੀ ਲਿਖ ਦਿੱਤਾ ਸੀ, ਘਰ ਘਰ ਹੋਏ ਬਹੇਂਗੇ ਰਾਮਾ, ਏਕ ਨਾ ਸਰੀ ਕਿਸੀ ਕੇ ਕੰਮ। ਜਦੋਂ ਮੱਖਣ ਸ਼ਾਹ ਲਵਾਣੇ ਨੇ ਫਰਿਆਦ ਕੀਤੀ, ਬੇਨਤੀ ਕੀਤੀ, ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਹੈ, ਬੇੜਾ ਡੋਲਦਾ ਹੈ, ਡੁੱਬਦਾ ਹੈ, ਤਾਂ ਉਸ ਨੇ ਬੇਨਤੀ ਕੀਤੀ, ਹੇ ਗੁਰੂ ਨਾਨਕ ਦੀ ਗੱਦੀ ਦੇ ਵਾਰਸੋ, ਮੇਰੇ ਤੇ ਕਿਰਪਾ ਕਰੋ, ਮੇਰਾ ਡੁੱਬਦਾ ਜਹਾਜ਼ ਬੰਨੇ ਲਾਓ, ਮੈਂ ਤੁਹਾਨੂੰ 500 ਮੋਹਰਾਂ ਭੇਟਾ ਕਰਾਂਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਕਿਉਂਕਿ ਮਹਾਰਾਜ ਕਹਿੰਦੇ ਨੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜੇ ਜਨ ਬਣ ਕੇ, ਸੇਵਕ ਬਣ ਕੇ ਪੂਰਨ ਭਰੋਸੇ ਦੇ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਨਾ, ਮਹਾਰਾਜ ਜੀ ਕਹਿੰਦੇ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਹੈ। ਪਰ ਹੋ ਜਾਵੇ ਹਿਰਦੇ ਦੇ ਵਿੱਚੋਂ ਭਰੋਸਾ ਵੀ ਹੋਵੇ ਗੁਰੂ ਤੇ ਕਿ ਮੇਰਾ ਗੁਰੂ ਸਮਰੱਥ ਹੈ, ਮੇਰੀ ਆਸਾ ਪੂਰੀ ਕਰ ਸਕਦਾ ਹੈ। ਮਹਾਰਾਜ ਜੀ ਕਹਿੰਦੇ ਉਹ ਮੱਖਣ ਸ਼ਾਹ ਲਵਾਣੇ ਨੇ ਫਰਿਆਦ ਕੀਤੀ, ਬੇਨਤੀ ਕੀਤੀ, ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਤਕਾਲ ਹੀ ਸਮੁੰਦਰ ਦੇ ਵਿੱਚ ਜਾ ਕੇ ਉਸ ਦੇ ਜਹਾਜ਼ ਨੂੰ ਮੋਢਾ ਲਾਇਆ
ਤੇ ਸਮੁੰਦਰ ਦੇ ਵਿੱਚੋਂ ਪਾਰ ਕਰ ਦਿੱਤਾ। ਹੁਣ ਪੁੱਛਿਆ ਕਿ ਗੁਰੂ ਨਾਨਕ ਕਿੱਥੇ ਹੈ? ਕਹਿੰਦੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਬਚਨ ਕਰ ਗਏ ਨੇ, ਬਾਬਾ ਬਸੇ ਗ੍ਰਾਮ ਬਕਾਲੇ, ਕਿ ਜਿਹੜਾ ਗੁਰੂ ਹੈ ਉਹ ਬਕਾਲੇ ਦੇ ਵਿੱਚ ਵਸਦਾ ਹੈ। ਹੁਣ ਉੱਥੇ ਜਾ ਕੇ ਜਦੋਂ ਦੇਖਿਆ, ਨਕਲੀ ਪਖੰਡੀ ਗੁਰੂਆਂ ਨੇ ਦੇਖਿਆ ਕਿ ਗੁਰੂ ਸਾਹਿਬ ਹੁਕਮ ਕਰ ਗਏ ਨੇ ਕਿ ਜਿਹੜਾ ਅਗਲਾ ਗੁਰੂ ਹੈ, 9ਵੇਂ ਗੁਰੂ ਸਾਹਿਬਾਨ ਬਕਾਲੇ ਦੀ ਧਰਤੀ ਤੇ ਹੋਣਗੇ। ਤਾਂ ਨਕਲੀ ਗੁਰੂਆਂ ਨੇ ਆ ਕੇ ਉੱਥੇ ਆਪੋ ਆਪਣੀਆਂ ਮੰਜੀਆਂ ਲਾ ਕੇ ਬੈਠ ਗਏ ਤੇ ਦਾਅਵਾ ਕਰਨ ਲੱਗੇ ਕਿ ਅਸੀਂ ਗੁਰੂ ਹਾਂ, ਅਗਲੇ 9ਵੇਂ ਗੁਰੂ। ਮੱਖਣ ਸ਼ਾਹ ਲਵਾਣਾ ਵਪਾਰੀ ਸੀ, ਪੜ੍ਹਿਆ ਲਿਖਿਆ ਸੀ, ਦਿਮਾਗ ਰੱਖਦਾ ਸੀ। ਜਦੋਂ ਪੁੱਛਣਾ ਕੀਤਾ, ਕਹਿੰਦੇ ਇੱਥੇ ਤਾਂ 22 ਗੁਰੂ ਬੈਠੇ ਨੇ, ਕਿਹੜੇ ਗੁਰੂ ਨੂੰ ਮੱਥਾ ਟੇਕੇਂਗਾ ਤੂੰ 500 ਮੋਹਰਾਂ ਦਾ? ਹੁਣ ਉਸਨੇ ਦਿਮਾਗ ਵਰਤਿਆ, ਹਰੇਕ ਗੁਰੂ ਦੇ ਕੋਲ ਜਾਂਦਾ 5-5 ਮੋਹਰਾਂ ਰੱਖ ਕੇ ਮੱਥਾ ਟੇਕ ਦਿੰਦਾ। ਉਹ ਦੁਨਿਆਵੀ ਗੁਰੂ ਮਾਇਆ ਧਾਰੀ ਬੜੇ ਖੁਸ਼ ਹੁੰਦੇ ਨੇ, ਆਸ਼ੀਰਵਾਦ ਦਿੰਦੇ ਨੇ। ਪਰ ਜਦੋਂ ਸਾਰੇ ਗੁਰੂਆਂ ਕੋਲੇ ਜਾ ਗਿਆ, ਉਸ ਦੇ ਮਨ ਨੂੰ ਸੰਤੁਸ਼ਟੀ ਨਹੀਂ ਆਈ ਕਿ ਹਜੇ ਮੈਨੂੰ ਪੂਰਾ ਗੁਰੂ ਮਿਲਿਆ ਨਹੀਂ। ਕਹਿੰਦੇ ਭਾਈ ਹੋਰ ਵੀ ਗੁਰੂ ਹੈ ਕੋਈ ਇੱਥੇ? ਕਹਿੰਦੇ ਹਾਂ ਇੱਕ ਗੁਰੂ ਹੈਗਾ, ਪਰ ਉਹ ਗੁਰੂ ਨਹੀਂ ਕਹਾਉਂਦਾ ਆਪਣੇ ਆਪ ਨੂੰ, ਲੋਕੀ ਤਾਂ ਉਸ ਨੂੰ ਤੇਗਾ ਕਮਲਾ ਕਹਿੰਦੇ ਨੇ। ਸਤਿਗੁਰੂ ਮਹਾਰਾਜ ਜੀ ਦੀ ਕਮਾਈ ਧਨ ਮੱਖਣ ਸ਼ਾਹ ਲਵਾਣਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਪਹੁੰਚਿਆ, ਜਾ ਕੇ 5 ਮੋਹਰਾਂ ਮੱਥਾ ਟੇਕ ਕੇ ਬੈਠ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨੇਤਰ ਕਮਲ ਖੋਲੇ, ਕਹਿਣ ਲੱਗੇ ਮੱਖਣਾ ਅਜੇ ਤਾਂ ਸਾਡੇ ਮੋਢੇ ਦਾ ਜ਼ਖਮ ਵੀ ਨਹੀਂ ਸੁੱਕਿਆ ਤੇ ਤੂੰ ਏਡੀ ਛੇਤੀ ਭੁੱਲ ਗਿਆ 500 ਮੋਹਰਾਂ ਸੁੱਕ ਕੇ 5 ਮੋਹਰਾਂ ਮੱਥਾ ਟੇਕਦਾ ਹੈ। ਮੱਖਣ ਸਾਹਿਬ ਮਹਾਰਾਜ ਦੇ ਚਰਨੀ ਪੈ ਗਿਆ, ਕਹਿਣ ਲੱਗਿਆ ਮਹਾਰਾਜ ਮੈਂ 500 ਮੋਹਰਾਂ ਮੱਥਾ ਟੇਕਣੀਆਂ ਸੀ, ਪਰ ਜਦੋਂ ਬਕਾਲੇ ਦੀ ਧਰਤੀ ਤੇ ਆਇਆ ਇੱਥੇ ਤਾਂ 22 ਦੰਭੀ ਗੁਰੂ ਬੈਠੇ ਨੇ, ਮੈਂ ਕਿਵੇਂ ਪਰਖ ਕਰਦਾ ਕਿ ਕਿਹੜਾ ਅਸਲੀ ਗੁਰੂ ਹੈ? ਇਸ ਕਰਕੇ ਮੈਂ 5-5 ਮੋਹਰਾਂ ਮੱਥਾ ਟੇਕਣ ਲੱਗਿਆ। ਸਤਿਗੁਰੂ ਮਹਾਰਾਜ ਬਾਹਰ ਆਓ, ਦੁਨੀਆ ਨੂੰ ਸੱਚ ਦਾ ਪ੍ਰਕਾਸ਼ ਦੇਵੋ, ਸੱਚ ਦੀ ਰੋਸ਼ਨੀ ਦੇਵੋ, ਸੱਚ ਦਾ ਗਿਆਨ ਦੇਵੋ। ਝੂਠ ਦੇ ਬੱਦਲ ਬਹੁਤ ਛਾਏ ਹੋਏ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨਹੀਂ ਮੱਖਣਾ ਸਾਨੂੰ ਇੱਥੇ ਹੀ ਆਨੰਦ ਹੈ। ਕਹਿਣ ਲੱਗਿਆ ਨਹੀਂ ਪਾਤਸ਼ਾਹ ਹੁਣ ਨਹੀਂ ਮੈਂ ਜਰ ਸਕਦਾ। ਜਾ ਕੇ ਰੌਲਾ ਪਾ ਦਿੱਤਾ, ਗੁਰੂ ਲੱਧ ਹੋ ਰਹੇ, ਗੁਰੂ ਲੱਧ ਹੋ ਰਹੇ। ਉਹ ਬਕਾਲੇ ਦੇ ਲੋਕੋ ਅਸਲੀ ਗੁਰੂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਆਹ ਤਾਂ ਦੰਭੀ ਪਖੰਡੀ ਲੋਕ ਨੇ, ਇਹ ਤਾਂ ਮਾਇਆ ਦੇ ਪੁਜਾਰੀ ਨੇ। ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਗੁਰੂ ਚਰਨਾਂ ਵਿੱਚ ਪਿਆਰ ਦੇ ਨਾਲ ਭਾਵਨਾ ਨਾਲ ਅਰਦਾਸ ਕਰਦਾ, ਭਾਵੇਂ ਕਿੱਥੇ ਵੀ ਅਰਦਾਸ ਕਰੇ, ਗੁਰੂ ਚਰਨਾਂ ਦਾ ਧਿਆਨ ਕਰਕੇ ਪਿਆਰ ਨਾ ਕਰੋ, ਉਹ ਗੁਰੂ ਚਰਨਾਂ ਵਿੱਚ ਪ੍ਰਵਾਨ ਹੁੰਦੀ ਹੈ। ਸਾਡਾ ਗੁਰੂ ਸਰਬ ਕਲਾ ਸਮਰੱਥ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਉੱਥੇ ਗੁਰੂ ਸਹਾਇਤਾ ਕਰਦਾ, ਕਿਰਪਾ ਕਰਦਾ। ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਕਥਾ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਕੀ ਸੰਗਤ ਗੁਰੂ ਮਹਾਰਾਜ ਬਖਸ਼ਣਯੋਗ ਹੈ, ਕਿਰਪਾ ਕਰਕੇ ਭੁੱਲਾਂ ਬਖਸ਼ ਲੈਣੀਆਂ ਜੀ। ਅਗਲਾ ਸਮਾਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਬਲਵੰਤ ਸਿੰਘ ਜੀ ਰਪਾਲੋਂ ਅਤੇ ਉਹਨਾਂ ਦੇ ਢਾਡੀ ਸਾਥੀ ਆਪ ਜੀ ਨੂੰ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਦਾਸਰਿਆਂ ਨੂੰ ਛੁੱਟੀਆਂ ਬਖਸ਼ੋ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।